ਮੇਰੇ ਬਹੁਤ ਹੀ ਪਿਆਰੇ ਸਟੂਡੈਂਟਸ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਕੁਲਬੀਰ ਲੈਕਚਰਰ ਪੋਲੀਟੀਕਲ ਸਾਇੰਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਮਾਲ ਅੰਮ੍ਰਿਤਸਰ ਤੋਂ ਆਪਣੇ ਸਾਰੇ ਹੀ ਸਟੂਡੈਂਟਸ ਦਾ ਤੇ ਸਾਰੇ ਟੀਚਰ ਸਹਿਬਾਨ ਦਾ ਵੈਲਕਮ ਕਰਦੀ ਹਾਂ। ਸਟੂਡੈਂਟਸ, ਅੱਜ ਅਸੀਂ ਪੋਲੀਟੀਕਲ ਸਾਇੰਸ ਦਾ +2 ਦਾ ਟੌਪਿਕ ਜਿਹੜਾ ਹੈ ਉਹ ਕਰਨਾ ਹੈ। ਸਾਡਾ ਅੱਜ ਦਾ ਟੌਪਿਕ ਹੈ ਇੰਡੀਆਜ਼ ਰੋਲ ਇਨ ਯੂਨਾਈਟਿਡ ਨੇਸ਼ਨਸ। ਭਾਰਤ ਦੀ ਸੰਯੁਕਤ ਰਾਸ਼ਟਰ ਵਿੱਚ ਭੂਮਿਕਾ ਕੀ ਹੈ, ਇਸ ਦੇ ਬਾਰੇ ਜਾਣਾਂਗੇ। ਸਟੂਡੈਂਟਸ, ਜਿਸ ਤਰ੍ਹਾਂ ਕਿ ਪਹਿਲੇ ਵੀਡੀਓ ਲੈਸਨ ਵਿੱਚ ਡਿਸਕਸ ਕੀਤਾ ਸੀ ਕਿ ਸੰਯੁਕਤ ਰਾਸ਼ਟਰ ਇੱਕ ਅੰਤਰਰਾਸ਼ਟਰੀ ਸੰਗਠਨ ਹੈ ਤੇ ਇਹ ਵਰਲਡ ਪੀਸ ਵਾਸਤੇ ਇਸ ਨੂੰ ਬਣਾਇਆ ਗਿਆ ਸੀ। ਬਹੁਤ ਸਾਰੇ ਦੇਸ਼ਾਂ ਦੀ ਇਹ ਸੰਯੁਕਤ ਐਫਰਟ ਸੀ ਕਿ ਸੰਯੁਕਤ ਰਾਸ਼ਟਰ ਸੰਘ ਜਿਹੜਾ ਸੀ ਉਹ ਹੋਂਦ ਵਿੱਚ ਆਇਆ। ਬਹੁਤ ਸਾਰੇ ਦੇਸ਼ਾਂ ਨੇ ਚਿੰਤਨ ਕੀਤਾ ਸੀ ਕਿ ਅੱਗੋਂ ਤੋਂ ਵਰਲਡ ਵਾਰ ਨਾ ਲੱਗੇ, ਵਿਸ਼ਵ ਯੁੱਧ ਕੋਈ ਨਾ ਹੋਵੇ, ਤਾਂ ਇਹੋ ਜਿਹੇ ਸੰਗਠਨ ਦੀ ਲੋੜ ਹੈ। ਸੋ ਅਸੀਂ ਪਹਿਲੇ ਵੀਡੀਓ ਲੈਸਨ 'ਚ ਜਾਣਿਆ ਸੀ ਕਿ ਸੰਯੁਕਤ ਰਾਸ਼ਟਰ ਕੀ ਹੈ, ਇਸ ਨੂੰ ਕਿਉਂ ਹੋਂਦ ਵਿੱਚ ਲਿਆਂਦਾ ਗਿਆ, ਇਸ ਦੀ ਕੰਪੋਜੀਸ਼ਨ ਬਣਤਰ ਮਤਲਬ ਕੀ ਹੈ, ਤੇ ਇਸ ਦੀ ਇੰਪੋਰਟੈਂਸ ਤੇ ਆਬਜੈਕਟਿਵਸ ਕੀ ਹਨ। ਪਰ ਅੱਜ ਅਸੀਂ ਕੀ ਡਿਸਕਸ ਕਰਨਾ ਹੈ ਕਿ ਭਾਰਤ ਦਾ ਸੰਯੁਕਤ ਰਾਸ਼ਟਰ ਵਿੱਚ ਕੀ ਰੋਲ ਹੈ, ਕੀ ਭੂਮਿਕਾ ਹੈ, ਇਸ ਦੇ ਬਾਰੇ ਜਾਣਨਾ ਹੈ। ਸੋ ਸਟੂਡੈਂਟਸ, ਲੈਸਨ ਵੱਲ ਵਧਦੇ ਹਾਂ। ਇੰਟਰੋਡਕਸ਼ਨ, ਭੂਮਿਕਾ। ਸਟੂਡੈਂਟਸ, ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਪਿਕਚਰ, ਇਹ ਸਾਰੇ ਹੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਆਫਿਸਿਸ ਹਨ। ਸੋ ਸੰਯੁਕਤ ਰਾਸ਼ਟਰ ਸੰਘ 24 ਅਕਤੂਬਰ 1945 ਨੂੰ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਹੋਂਦ ਵਿੱਚ ਆਇਆ, ਜਦੋਂ ਬਹੁਤ ਸਾਰੇ ਰਾਸ਼ਟਰਾਂ ਨੇ, ਦੇਸ਼ਾਂ ਨੇ ਮਿਲ ਕੇ ਚਿੰਤਨ ਕੀਤਾ ਕਿ ਸੈਕੰਡ ਵਰਲਡ ਵਾਰ ਨੇ ਬਹੁਤ ਹੀ ਮਨੁੱਖਤਾ ਦਾ ਘਾਣ ਕੀਤਾ ਹੈ, ਤਬਾਹੀ ਮਚਾਈ ਹੈ। ਕਿਸੇ ਇਹੋ ਜਿਹੇ ਸੰਗਠਨ ਦੀ ਲੋੜ ਹੈ ਜਿਸ ਦੇ ਨਾਲ ਦੁਨੀਆ ਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਹਮੇਸ਼ਾ ਲਈ ਬਣੀ ਰਹੇ ਤੇ ਅੱਗੇ ਤੋਂ ਕੋਈ ਵੀ ਵਿਸ਼ਵ ਯੁੱਧ ਨਾ ਹੋਵੇ। ਤਾਂ ਸੰਯੁਕਤ ਰਾਸ਼ਟਰ ਸੰਘ ਜਿਹੜਾ ਹੈ ਉਹ ਹੋਂਦ ਵਿੱਚ ਆਇਆ। ਸੋ ਭਾਰਤ 51 ਮੁੱਢਲੇ ਮੈਂਬਰਾਂ ਵਿੱਚ ਸ਼ਾਮਲ ਹੈ ਤੇ ਹੁਣ ਇਸ ਦੇ 193 ਮੈਂਬਰ ਹਨ। Means at the beginning when UN came into existence it has 51 members only, but now it has 193 members। and ਇਸ ਦਾ ਮੁੱਖ ਦਫ਼ਤਰ ਹੈੱਡ ਆਫਿਸ ਨਿਊਯਾਰਕ ਵਿਖੇ ਹੈ ਤੇ ਇੱਥੇ ਲੈਂਗੁਏਜ 6 ਲੈਂਗੁਏਜਸ ਨੂੰ ਮਾਨਤਾ ਪ੍ਰਾਪਤ ਹੈ। ਅੰਗਰੇਜ਼ੀ, ਫ੍ਰੈਂਚ, ਰੂਸੀ, ਚੀਨੀ, ਸਪੈਨਿਸ਼ ਤੇ ਅਰਬੀ ਭਾਸ਼ਾ ਜਿਹੜੀ ਹੈ ਇਸ ਨੂੰ UN ਵੱਲੋਂ ਮਾਨਤਾ ਪ੍ਰਾਪਤ ਹੈ। ਸੋ ਸਟੂਡੈਂਟਸ, ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਇਹ ਗੱਲਾਂ ਜਿਹੜੀਆਂ ਹਨ ਇਹ ਯਾਦ ਰੱਖ ਲੈਣੀਆਂ। ਔਰ ਸਟੂਡੈਂਟਸ, ਜਦੋਂ ਵੀ ਲੈਸਨ ਦੇਖੋਗੇ ਪਲੀਜ਼ ਕਾਪੀ ਤੇ ਪੈਨ ਨਾਲ ਰੱਖੋ। ਇਹ ਜਿਹੜਾ ਲੈਸਨ ਹੈ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਨ ਤੁਹਾਨੂੰ ਨੋਟ ਕਰਨੀਆਂ ਪੈਣੀਆਂ ਹਨ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਯਾਦ ਰੱਖਣ ਵਾਲੀਆਂ ਹਨ। ਅੱਗੇ ਵਧਦੇ ਹਾਂ। ਇੰਡੀਆਜ਼ ਰੋਲ ਇਨ ਯੂਨਾਈਟਿਡ ਨੇਸ਼ਨ। ਸਾਡਾ ਅੱਜ ਦਾ ਜਿਹੜਾ ਮੇਨ ਫੋਕਸ ਹੈ ਉਹ ਹੈ ਕਿ ਭਾਰਤ ਦੀ ਸੰਯੁਕਤ ਰਾਸ਼ਟਰ ਵਿੱਚ ਕੀ ਭੂਮਿਕਾ ਰਹੀ ਹੈ। ਹੁਣ ਅਸੀਂ ਇਸ ਦੇ ਬਾਰੇ ਜਾਣਦੇ ਹਾਂ। ਭਾਰਤ ਇਸ ਦਾ ਮੁੱਢਲਾ ਮੈਂਬਰ ਹੈ। ਇੰਡੀਆ ਇਜ਼ ਫਾਊਂਡਰ ਮੈਂਬਰ ਆਫ UNO। ਭਾਰਤ ਸੰਯੁਕਤ ਰਾਸ਼ਟਰ ਦੇ ਚਾਰਟਰ ਤੇ ਦਸਤਖਤ ਕਰਨ ਵਾਲੇ 51 ਮੁੱਢਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਦੇ 3 ਪ੍ਰਤੀਨਿਧ ਜਿਹੜੇ ਸੀ ਉਹ 1945 ਦੇ ਵਿੱਚ ਸੈਨ ਫਰਾਂਸਿਸਕੋ ਦੇ ਸੰਮੇਲਨ ਵਿਖੇ ਗਏ ਸੀ ਤੇ ਉਹਨਾਂ ਨੇ UN ਦੇ ਚਾਰਟਰ ਤੇ ਸਾਈਨ ਕੀਤੇ ਸੀ। ਤੁਹਾਨੂੰ ਦੱਸ ਰਹੀ ਹਾਂ ਕਿ ਉਹ ਮੈਂਬਰ ਕਿਹੜੇ ਹਨ। ਸ੍ਰੀ ਕ੍ਰਿਸ਼ਨਾਨਾਮਾਚਾਰੀ, AR ਮੁਦਾਲਿਆਰ ਤੇ ਫਿਰੋਜ਼ ਖਾਨ, ਇਹਨਾਂ ਨੇ ਐਜ਼ ਰਿਪਰੈਜ਼ੈਂਟੇਟਿਵਸ ਆਫ ਇੰਡੀਆ ਉੱਥੇ ਗਏ ਤੇ ਇਹਨਾਂ ਨੇ ਭਾਰਤ ਵੱਲੋਂ UN ਦੇ ਚਾਰਟਰ ਤੇ ਸਾਈਨ ਕੀਤੇ ਤੇ ਉਹਨਾਂ 51 ਦੇਸ਼ਾਂ ਦੇ ਨਾਲ ਭਾਰਤ ਜਿਹੜਾ ਸੀ ਮੁੱਢਲੇ ਮੈਂਬਰਾਂ ਦੇ ਵਿੱਚ ਸ਼ਾਮਲ ਹੋਇਆ। ਸੋ ਸਟੂਡੈਂਟਸ, ਇਹ ਨਾਮ ਤੁਸੀਂ ਯਾਦ ਰੱਖ ਲਿਓ। ਬੇਸ਼ੱਕ ਭਾਰਤ ਨੂੰ ਉਦੋਂ ਆਜ਼ਾਦੀ ਪ੍ਰਾਪਤ ਨਹੀਂ ਸੀ, ਪਰ ਫਿਰ ਵੀ ਭਾਰਤ ਦੇ ਲੀਡਰਸ ਨੇ ਇਹ ਚਿੰਤਨ ਜ਼ਰੂਰ ਕੀਤਾ ਕਿ ਦੁਨੀਆ ਵਿੱਚ ਸ਼ਾਂਤੀ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਇਸ ਲਈ ਉਹਨਾਂ ਨੇ ਉਹ UN ਦਾ ਮੈਂਬਰ ਬਣਿਆ। ਅੱਗੇ ਵਧਦੇ ਹਾਂ। ਸੈਕਿੰਡ ਹੈ ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸ਼ਵਾਸ, ਫੁੱਲ ਫੇਥ ਇਨ ਯੂਨਾਈਟਿਡ ਨੇਸ਼ਨ। ਭਾਰਤ ਦਾ ਦੂਸਰਾ ਵੱਡਾ ਯੋਗਦਾਨ ਇਹ ਹੈ ਕਿ ਭਾਰਤ ਨੇ ਆਪਣੀ ਪੂਰੀ ਤਰ੍ਹਾਂ ਵਚਨਬੱਧਤਾ ਦਿਖਾਈ ਕਿ ਉਹ ਭਾਰਤ ਦੇ ਸਾਰੇ ਪਾਲਿਸੀ ਤੇ ਪ੍ਰੋਗਰਾਮਸ ਦੇ ਵਿੱਚ UN ਦੇ ਉੱਤੇ ਪੂਰਾ ਭਰੋਸਾ ਕਰਦਾ ਹੈ ਤੇ UN ਉਹਨੂੰ ਪੂਰੀ ਸਪੋਰਟ ਕਰਦਾ ਹੈ। ਸੋ ਭਾਰਤ ਨੇ ਮਹਾਸਭਾ ਦੇ ਪਹਿਲੇ ਇਜਲਾਸ 'ਚ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਤੇ ਆਦੇਸ਼ਾਂ ਵਿੱਚ ਪੂਰਨ ਸਹਿਯੋਗ ਦੇਣ ਦੀ ਵਚਨਬੱਧਤਾ ਦਿੱਤੀ। ਅੰਤਰਰਾਸ਼ਟਰੀ ਜਿਹੜੀ ਸ਼ਾਂਤੀ ਹੈ ਉਸ ਨੂੰ ਮੇਨਟੇਨ ਕਰਨਾ, ਉਹਨੂੰ ਬੜਾਵਾ ਦੇਣ ਦੀ
ਵਚਨਬੱਧਤਾ ਜਿਹੜੀ ਸੀ ਉਹ ਭਾਰਤ ਵੱਲੋਂ ਦਿੱਤੀ ਗਈ। ਸੋ ਇੰਡੀਆ ਐਕਸਪ੍ਰੈਸਡ ਫੁੱਲ ਫੇਥ ਇਨ UN in the first meeting of General Assembly and also assured to lend full cooperation to the organization. And even our first Prime Minister Pandit Jawaharlal Nehru said that India cannot imagine a world without UN. मतलब इंडिया ਜਿਹੜਾ ਹੈ ਉਹ ਤੇ ਦੁਨੀਆ ਬਾਰੇ ਸੋਚ ਹੀ ਨਹੀਂ ਸਕਦਾ UN ਦੀ ਹੋਂਦ ਤੋਂ ਬਿਨਾ। ਇਹ ਕਿਹਨਾਂ ਨੇ ਕਿਹਾ? ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਸੋ ਸੈਕੰਡ ਕੰਟਰੀਬਿਊਸ਼ਨ ਕੀ ਹੈ ਕਿ ਭਾਰਤ ਦਾ ਪੂਰਾ ਦ੍ਰਿੜ ਵਿਸ਼ਵਾਸ ਜਿਹੜਾ ਹੈ ਭਾਰਤ ਨੇ ਆਪਣਾ ਦਿੱਤਾ UN ਨੂੰ। ਅੱਗੇ ਵਧਦੇ ਹਾਂ। ਇੰਡੀਆ ਐਂਡ ਡਿਫਰੈਂਟ ਆਰਗਨਸ ਆਫ UN, ਭਾਰਤ ਤੇ ਸੰਯੁਕਤ ਰਾਸ਼ਟਰ ਦੇ ਅੰਗ। ਭਾਰਤ ਸੁਰੱਖਿਆ ਪਰਿਸ਼ਦ ਵਿੱਚ ਇੰਡੀਆ ਇਨ ਸਿਕਿਉਰਿਟੀ ਕੌਂਸਲ, ਭਾਰਤ ਵੱਖ-ਵੱਖ ਸਮੇਂ 1951 to 51 50 to 51 ਚ ਪਹਿਲੀ ਵਾਰੀ ਮੈਂਬਰ ਬਣਿਆ। 2 ਸਾਲ ਲਈ ਚੁਣੇ ਜਾਂਦੇ ਹਨ। ਸੁਰੱਖਿਆ ਪਰਿਸ਼ਦ ਦੇ ਮੈਂਬਰ ਜਿਹੜੇ 10 ਟੈਂਪਰੇਰੀ ਮੈਂਬਰ ਹਨ। ਸੋ 1950 ਤੋਂ 51 ਤੋਂ ਲੱਗ ਕੇ 1911 ਤੋਂ 12 ਤੱਕ ਭਾਰਤ 7 ਟਾਈਮਸ ਸਿਕਿਉਰਿਟੀ ਕੌਂਸਲ ਦਾ ਮੈਂਬਰ ਰਿਹਾ। ਮੀਨਸ 7 ਵਾਰੀ ਚੁਣਿਆ ਗਿਆ ਤੇ 14 ਸਾਲ ਲਈ ਭਾਰਤ ਮੈਂਬਰ ਰਿਹਾ। ਅਲੱਗ-ਅਲੱਗ ਸਮੇਂ ਤੇ ਬੜਾ ਵੱਡਾ ਭਾਰਤ ਦਾ ਯੋਗਦਾਨ ਹੈ। ਦੈਨ ਆਰਥਿਕ ਤੇ ਸਮਾਜਿਕ ਪਰਿਸ਼ਦ ਇੰਡੀਆ ਇਨ ਸੋਸ਼ਲ ਐਂਡ ਇਕਨੋਮਿਕ ਕੌਂਸਲ ਦੇ ਵਿੱਚ ਭਾਰਤ ਦੀ ਬਹੁਤ ਕਿਰਿਆਸ਼ੀਲ ਭੂਮਿਕਾ ਰਹੀ। ਇਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਅਮੀਰੀ ਤੇ ਗਰੀਬੀ ਮੀਨਸ ਜਿਹੜੇ ਸੋਸ਼ੋ ਇਕਨੋਮਿਕ ਫੈਕਟਰਸ ਪਾਏ ਜਾਂਦੇ ਸੀ ਉਹਨਾਂ ਨੂੰ ਹੱਲ ਕਰਨ ਦੇ ਯਤਨ ਵਿੱਚ ਬੜੀ ਕਿਰਿਆਸ਼ੀਲ ਭੂਮਿਕਾ ਜਿਹੜੀ ਨਿਭਾਈ ਤੇ ਸੰਯੁਕਤ ਰਾਸ਼ਟਰ ਨੂੰ ਸਪੋਰਟ ਕੀਤਾ, ਸਹਾਇਤਾ ਕੀਤੀ। ਦੈਨ ਭਾਰਤ ਅਮਾਨਤੀ ਪਰਿਸ਼ਦ ਵਿੱਚ ਟਰਸਟੀਸ਼ਿਪ ਕੌਂਸਲ ਦਾ ਮੈਂਬਰ 3 ਸਾਲ ਲਈ ਰਿਹਾ। 3 ਸਾਲ ਲਈ ਇਹ ਮੈਂਬਰ ਚੁਣੇ ਜਾਂਦੇ ਹਨ। 1958 to 61 ਤੱਕ ਰਿਹਾ। ਐਂਡ 1958 ਵਿੱਚ ਭਾਰਤ ਨੂੰ ਜਿਹੜੇ ਡਿਸਟਰਬਡ ਏਰੀਆਜ਼ ਹੁੰਦੇ ਹਨ, ਸਵੈ ਸ਼ਾਸਤ ਰਹਿਤ ਜਿਹੜੀਆਂ ਟੈਰੀਟਰੀਜ਼ ਹਨ, ਉੱਥੇ ਭਾਰਤ ਨੂੰ ਨਿਰੀਖਣ ਲਈ ਭੇਜਿਆ ਗਿਆ। ਪੱਛਮੀ ਸਪਾਓ ਤੇ ਪੱਛਮੀ ਅਫਰੀਕਾ ਦੇ ਵਿੱਚ ਜਿਹੜਾ ਨਿਰੀਖਣ ਭੇਜਿਆ ਗਿਆ ਸੀ, ਭਾਰਤ ਉਸ ਮੰਡਲ ਦਾ ਮੈਂਬਰ ਵੀ ਬਣਿਆ ਰਿਹਾ। ਸੋ ਸਟੂਡੈਂਟਸ, ਭਾਰਤ ਨੇ ਇਸ ਦੇ ਰਾਸ਼ਟਰ ਦੇ ਅਲੱਗ-ਅਲੱਗ ਅੰਗਾਂ ਦੇ ਵਿੱਚ ਮੈਂਬਰ ਬਣ ਕੇ ਬਹੁਤ ਹੀ ਵੱਡਾ ਯੋਗਦਾਨ ਪਾਇਆ। ਸਟੂਡੈਂਟਸ, ਇੱਥੇ ਵੀ ਤੁਹਾਨੂੰ 2 ਨੰਬਰ ਦਾ ਕੁਐਸਚਨ ਪੁੱਛ ਸਕਦੇ ਹਨ। ਅੱਗੇ ਵਧਦੇ ਹਾਂ। ਇੰਡੀਆਜ਼ ਰੋਲ ਇਨ ਸਪੈਸ਼ਲਾਈਜ਼ਡ ਏਜੰਸੀਜ਼ ਆਫ UN ਨੂੰ ਭਾਰਤ ਦੀਆਂ ਸੰਯੁਕਤ ਰਾਸ਼ਟਰ ਦੀਆਂ ਵਿਸ਼ਿਸ਼ਟ ਏਜੰਸੀਆਂ ਵਿੱਚ ਕੀ ਭੂਮਿਕਾ ਰਹੀ ਹੈ, ਇਸ ਦੇ ਬਾਰੇ ਡਿਸਕਸ ਕਰਨਾ ਹੈ। ਤੇ ਤੁਹਾਨੂੰ 2 ਜਾਂ 4 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਭਾਰਤ ਦੀ UN ਦੀਆਂ ਵਿਸ਼ਿਸ਼ਟ ਏਜੰਸੀਆਂ 'ਚ ਕੀ ਭੂਮਿਕਾ ਰਹੀ ਹੈ, ਉਸ ਬਾਰੇ ਲਿਖੋ। ਸੋ ਭਾਰਤ ਸੰਯੁਕਤ ਰਾਸ਼ਟਰ ਸੰਘ ਦੀਆਂ ਏਜੰਸੀਆਂ ਦਾ ਅਲੱਗ-ਅਲੱਗ ਸਮੇਂ ਤੇ ਮੈਂਬਰ ਰਿਹਾ ਹੈ। ਭੋਜਨ ਤੇ ਖੇਤੀਬਾੜੀ ਸੰਗਠਨ 'ਚ ਭਾਰਤ ਦੀ ਬਹੁਤ ਹੀ ਕਿਰਿਆਸ਼ੀਲ ਭੂਮਿਕਾ ਰਹੀ ਹੈ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਇਸ ਲਈ ਇਹਨੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ 'ਚ ਨਵੀਆਂ ਤਕਨੀਕਾਂ ਤੇ ਸੁਝਾਅ ਦੇ ਕੇ ਬੜੇ ਹੀ ਵਧੀਆ ਜਿਹੜੀ ਕੰਟਰੀਬਿਊਸ਼ਨ ਹੈ ਉਹ UN ਨੂੰ ਦਿੱਤੀ ਹੈ। ਇਸੇ ਤਰ੍ਹਾਂ ਹੀ ਵਿਸ਼ਵ ਸਿਹਤ ਸੰਗਠਨ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿੰਨੇ ਵੀ ਪ੍ਰੋਗਰਾਮਸ ਚਲਾਏ ਜਾਂਦੇ ਸਨ, ਭਾਰਤ ਨੇ ਉਹਨਾਂ ਨੂੰ ਸਪੋਰਟ ਕੀਤਾ ਹੈ। ਸ਼ਹਿਰਾਂ ਤੋਂ ਪਿੰਡਾਂ ਵਿੱਚ ਉਹ ਪ੍ਰੋਗਰਾਮਸ ਜਿਹੜੇ ਹਨ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੈ ਤੇ ਉਹਨਾਂ ਨੂੰ ਬੜਾਵਾ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਨੇ ਇੰਟਰਨੈਸ਼ਨਲ ਮੋਨਿਟਰੀ ਫੰਡ ਜਿਹੜਾ ਹੈ IMF, ਉਹਦੇ ਚੋਂ ਕਰਜ਼ਾ ਲੈ ਕੇ ਆਪਣੇ ਦੇਸ਼ ਦੇ ਵਿੱਚ ਵਿਕਾਸ ਕਾਰਜ ਜਿਹੜੇ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਇੰਟਰਨੈਸ਼ਨਲ ਬੈਂਕ ਆਫ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ IBRD ਜਿਹੜਾ ਅੰਤਰਰਾਸ਼ਟਰੀ ਪੁਨਰ ਨਿਰਮਾਣ ਬੈਂਕ 'ਚੋਂ ਵੀ ਲੋਨ ਲੈ ਕੇ ਅਲੱਗ-ਅਲੱਗ ਸਮੇਂ ਤੇ ਵਿਕਾਸ ਕਾਰਜ ਜਿਹੜੇ ਹਨ ਉਹ ਭਾਰਤ ਨੇ ਆਪਣੇ ਦੇਸ਼ ਵਿੱਚ ਯੋਜਨਾਵਾਂ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਹਨ। ਸੋ ਭਾਰਤ ਦੀ ਕੰਟਰੀਬਿਊਸ਼ਨ ਜਿਹੜੀ ਹੈ ਵਿਸ਼ਿਸ਼ਟ ਏਜੰਸੀਜ਼ ਦੇ ਵਿੱਚ ਵੀ ਬੜੀ ਹੀ ਕਿਰਿਆਸ਼ੀਲ ਤੇ ਸਲਾਹਨਯੋਗ ਜਿਹੜੀ ਹੈ ਸਟੂਡੈਂਟਸ ਹੋ ਰਹੀ ਹੈ। ਅੱਗੇ ਵਧਦੇ ਹਾਂ। ਇੰਡੀਅਨ ਅਫੀਸ਼ੀਅਲਸ ਇਨ UN, ਸੰਯੁਕਤ ਰਾਸ਼ਟਰ ਵਿੱਚ ਭਾਰਤੀ ਅਧਿਕਾਰੀ। ਸਟੂਡੈਂਟਸ, ਤੁਹਾਨੂੰ ਇੱਥੇ ਇੱਕ ਐਨਕਰੇਜਮੈਂਟ ਤੇ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਸਾਡੇ ਬਹੁਤ ਹੀ ਇੰਟਲੈਕਚੁਅਲ ਇੰਡੀਅਨਸ ਜਿਹੜੇ ਹਨ ਉਹ UN ਦੇ ਅਲੱਗ-ਅਲੱਗ ਆਰਗਨਸ ਦੇ ਵਿੱਚ ਬਹੁਤ ਹੀ ਉੱਚੇ ਅਹੁਦਿਆਂ ਤੇ ਬਿਰਾਜਮਾਨ ਰਹੇ। ਆਓ ਅਸੀਂ ਜਾਣਾਂਗੇ। ਇਹਦੇ ਤੇ ਵੀ ਬੜੇ ਕੁਐਸਚਨ ਆਉਂਦੇ ਹਨ। ਜਿਸ ਤਰ੍ਹਾਂ 1953 ਵਿੱਚ ਸ੍ਰੀ ਵਿਜੇ ਲక్ష్ਮੀ ਪੰਡਤ ਮਹਾਸਭਾ ਦੀ ਪ੍ਰਧਾਨ। ਸੋ ਸ੍ਰੀ ਵਿਜੇ ਲక్ష్ਮੀ ਪ੍ਰੈਜ਼ੀਡੈਂਟ ਜਨਰਲ ਅਸੈਂਬਲੀ ਜਿਹੜੇ ਹਨ ਉਹ ਰਹੇ ਹਨ। ਬੜੀ ਆਨਰੇਬਲ ਗੱਲ ਹੈ ਇੰਡੀਆ ਵਾਸਤੇ ਇੱਕ ਇੰਡੀਅਨ ਮਹਿਲਾ ਦਾ ਜਿਹੜਾ ਉੱਥੇ ਮਹਾਸਭਾ ਦਾ ਪ੍ਰਧਾਨ ਬਣਨਾ। ਆਬਜੈਕਟਿਵ ਟਾਈਪ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਉਸ ਲੇਡੀ ਦਾ ਨਾਮ ਲਿਖੋ ਜਿਹੜੇ ਕਿ ਮਹਾਸਭਾ ਦੇ ਪ੍ਰਧਾਨ ਰਹੇ। ਦੈਨ ਡਾਕਟਰ ਰਾਧਾ ਕ੍ਰਿਸ਼ਨ
ਤੇ ਮੌਲਾਨਾ ਅਬੁਲ ਕਲਾਮ ਜਿਹੜੇ ਹਨ ਇਹ ਵੀ ਪ੍ਰੈਜ਼ੀਡੈਂਟ ਰਹੇ ਹਨ ਯੂਨੈਸਕੋ ਦੇ। ਪ੍ਰੈਜ਼ੀਡੈਂਟ ਯੂਨੈਸਕੋ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸੋਸ਼ਲ ਐਂਡ ਕਲਚਰਲ ਆਰਗੇਨਾਈਜੇਸ਼ਨ ਦੇ ਡਾਕਟਰ ਰਾਧਾ ਕ੍ਰਿਸ਼ਨ ਵੀ ਰਹੇ ਹਨ ਤੇ ਮੌਲਾਨਾ ਅਬੁਲ ਕਲਾਮ ਵੀ ਰਹੇ ਹਨ। ਦੈਨ ਰਾਜਕੁਮਾਰੀ ਅੰਮ੍ਰਿਤ ਕੌਰ ਪ੍ਰਧਾਨ ਵਿਸ਼ਵ ਸਿਹਤ ਸੰਗਠਨ। ਇਹ ਤੁਹਾਡਾ ਜਨਰਲ ਨੌਲੇਜ ਦਾ ਵੀ ਕੁਐਸਚਨ ਹੈ ਤੇ ਆਬਜੈਕਟਿਵ ਟਾਈਪ ਵੀ ਆਉਂਦਾ ਹੈ ਕਿ ਅੰਮ੍ਰਿਤ ਕੌਰ ਪ੍ਰੈਜ਼ੀਡੈਂਟ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ ਰਹੇ ਹਨ। ਸੋ ਬਹੁਤ ਹੀ ਉੱਚੇ ਅਹੁਦਿਆਂ ਤੇ ਇੰਡੀਅਨਸ ਨੇ ਕੰਮ ਕਰਕੇ ਆਪਣਾ ਬਹੁਤ ਹੀ ਵੱਡਾ ਯੋਗਦਾਨ ਜਿਹੜਾ ਹੈ ਉਹ ਬੱਚਿਓ UN 'ਚ ਪਾਇਆ ਹੈ। ਦੈਨ 1961 'ਚ ਸ੍ਰੀ VR ਸੈਨ ਜਿਹੜੇ ਹਨ ਉਹ ਖੇਤੀਬਾੜੀ ਸੰਗਠਨ ਦੇ ਪ੍ਰਧਾਨ ਰਹੇ ਹਨ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਹੇ ਹਨ। ਅੱਗੇ ਵਧਦੇ ਹਾਂ, ਇਸੇ ਨੂੰ ਹੀ ਕੈਰੀ ਔਨ ਕੀਤਾ ਹੈ ਇੰਡੀਅਨ ਅਫੀਸ਼ੀਅਲਸ ਇਨ UN। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਅਧਿਕਾਰੀ ਡਾਕਟਰ ਕ੍ਰਿਸ਼ਨਾ ਰਾਓ ਕਾਨੂੰਨੀ ਕਮੇਟੀ ਦੇ ਉੱਥੇ ਪ੍ਰਧਾਨ ਰਹੇ ਹਨ। ਪ੍ਰੈਜ਼ੀਡੈਂਟ ਲੀਗਲ ਕਮੇਟੀ ਡਾਕਟਰ ਕ੍ਰਿਸ਼ਨਾ ਰਾਓ। ਦੈਨ 1965 ਵਿੱਚ ਡਾਕਟਰ ਹੋਮੀ ਭਾਭਾ ਪਰਮਾਣੂ ਸ਼ਕਤੀ ਪ੍ਰਧਾਨ ਰਹੇ ਹਨ। ਸੋ ਇਹਨਾਂ ਦਾ ਰਿਸਰਚ ਸੈਂਟਰ ਜਿਹੜਾ ਹੋਮੀ ਭਾਭਾ ਦਾ ਇਹ ਬੰਬੇ ਵਿੱਚ ਵੀ ਹੈ। ਡਾਕਟਰ ਅਬਦੁਲ ਕਲਾਮ ਸਾਡੇ ਜਿਹੜੇ ਪ੍ਰੈਜ਼ੀਡੈਂਟ ਰਹੇ ਹਨ ਇਹਨਾਂ ਨੂੰ ਸਨਮਾਨਿਤ ਕਰ ਰਹੇ ਹਨ। ਇਹ ਸਾਡੇ ਬਹੁਤ ਵੱਡੇ ਸਾਇੰਟਿਸਟ ਹੋਏ ਹਨ ਤੇ ਇਹਨਾਂ ਨੂੰ ਉੱਥੇ ਵੀ UN 'ਚ ਵੀ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਦੈਨ ਸ੍ਰੀ ਹਰਦੀਪ ਸਿੰਘ ਪੁਰੀ ਸਥਾਈ ਮੈਂਬਰ UN ਦੇ ਨਿਯੁਕਤ ਹਨ। ਹਰਦੀਪ ਸਿੰਘ ਪੁਰੀ ਜਿਨ੍ਹਾਂ ਨੇ ਲੋਕ ਸਭਾ ਇਲੈਕਸ਼ਨ ਲੜੀ ਸੀ ਇਸ ਵਾਰੀ ਅੰਮ੍ਰਿਤਸਰ ਹਲਕੇ ਤੋਂ ਹੀ, ਔਜਲਾ ਦੇ ਜਿਹੜੇ ਅਗੇਂਸਟ ਕੈਂਡੀਡੇਟ ਸੀਗੇ। ਸੋ ਇਹ ਸਥਾਈ ਮੈਂਬਰ ਪਰਮਾਨੈਂਟ ਰਿਪਰੈਜ਼ੈਂਟੇਟਿਵ ਹਨ UN ਦੇ ਤੇ ਉੱਥੋਂ ਦੀਆਂ ਅਲੱਗ-ਅਲੱਗ ਜਿਹੜੀਆਂ ਯੋਜਨਾਵਾਂ ਹਨ ਉਹਨਾਂ ਦੇ ਵਿੱਚ ਇਹ ਬੜੀ ਹੀ ਵਧੀਆ ਭੂਮਿਕਾ ਨਿਭਾਉਂਦੇ ਹਨ। ਦੈਨ ਡਾਕਟਰ ਦਲਵੀਰ ਭੰਡਾਰੀ ਜੱਜ ਰਹੇ ਹਨ ਅੰਤਰਰਾਸ਼ਟਰੀ ਨਿਆਇਕ ਅਦਾਲਤ ਦੇ। ਸੋ ਸਟੂਡੈਂਟਸ ਇਹ ਡਿਫਰੈਂਟ ਇੰਡੀਅਨਸ ਜਿਹੜੇ ਹਨ ਡਿਫਰੈਂਟ ਆਰਗਨ 'ਚ ਇਹਨਾਂ ਨੇ UN ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਦੀਆਂ ਪਾਲਿਸੀਜ਼ ਤੇ ਪ੍ਰੋਗਰਾਮਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਹਦੇ ਤਾਂ ਤੁਹਾਨੂੰ ਅਲੱਗ-ਅਲੱਗ ਆਬਜੈਕਟਿਵ ਟਾਈਪ ਕੁਐਸਚਨ ਵੀ ਆ ਸਕਦੇ ਹਨ। 2 ਜਾਂ 4 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਉਹਨਾਂ ਭਾਰਤੀਆਂ ਦੇ ਨਾਮ ਲਿਖੋ ਜਿਨ੍ਹਾਂ ਨੇ ਜਿਹੜੇ ਕਿ UN ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਅੱਗੇ ਵਧਦੇ ਹਾਂ, ਇੰਡੀਆ ਐਂਡ ਵਰਲਡ ਪੀਸ, ਭਾਰਤ ਅਤੇ ਵਿਸ਼ਵ ਸ਼ਾਂਤੀ। ਹੁਣ ਭਾਰਤ ਨੇ UN ਨੂੰ ਕਿੰਝ ਸਪੋਰਟ ਕੀਤਾ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ, ਇਸ ਬਾਰੇ ਜਾਣਾਂਗੇ। ਭਾਰਤ ਦਾ ਮੁੱਖ ਉਦੇਸ਼ ਕੀ ਹੈ? ਸ਼ਾਂਤੀ। ਮੇਨ ਏਮ ਇਜ਼ ਟੂ ਮੇਨਟੇਨ ਪੀਸ। ਕੋਰੀਆ ਸਮੱਸਿਆ ਵਿੱਚ ਭੂਮਿਕਾ, ਇੰਡੀਆਜ਼ ਰੋਲ ਇਨ ਕੋਰੀਆ ਪ੍ਰੋਬਲਮ। ਭਾਰਤ ਨੇ ਜਦੋਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਉੱਤੇ ਹਮਲਾ ਕਰ ਦਿੱਤਾ ਤੇ ਭਾਰਤ ਨੇ ਉੱਤਰੀ ਕੋਰੀਆ ਨੂੰ ਹਮਲਾਵਰ ਦੇਸ਼ ਜਿਹੜਾ ਸੀ ਉਹ UN ਇਹਨੂੰ ਐਲਾਨਿਆ ਗਿਆ ਤਾਂ UN ਨੂੰ ਭਾਰਤ ਨੇ ਸਪੋਰਟ ਕੀਤਾ ਪੂਰੀ ਤਰ੍ਹਾਂ ਇਹਨੂੰ ਐਲਾਨਣ ਦੇ ਵਿੱਚ ਕਿ ਉੱਤਰੀ ਕੋਰੀਆ ਹਮਲਾਵਰ ਦੇਸ਼ ਹੈ। ਔਰ ਜਦੋਂ ਚਾਈਨਾ ਤੇ ਅਮਰੀਕਾ ਨੇ ਉੱਤਰੀ ਤੇ ਦੱਖਣੀ ਕੋਰੀਆ ਦੇ ਮਸਲੇ ਵਿੱਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੇ UN ਨੂੰ ਪੂਰਾ ਸਪੋਰਟ ਕੀਤਾ ਤੇ ਇਸ ਦਾ ਵਿਰੋਧ ਕੀਤਾ। ਦੈਨ ਹਿੰਦ ਚੀਨ ਸਮੱਸਿਆ ਭੂਮਿਕਾ, ਇੰਡੀਆ ਦਾ ਰੋਲ ਜਿਹੜਾ ਇੱਥੇ ਵੀ ਬਹੁਤ ਪੋਜ਼ਿਟਿਵ ਰਿਹਾ ਹੈ। ਜਦੋਂ 1962 ਵਿੱਚ ਚਾਈਨਾ ਤੇ ਇੰਡੀਆ ਦੀ ਲੜਾਈ ਹੋਈ ਤਾਂ ਸਰੀ ਪੰਡਿਤ ਜਵਾਹਰ ਲਾਲ ਨਹਿਰੂ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਹਨ, ਇੱਕ ਜਨੇਵਾ ਸਮਝੌਤਾ ਹੋਇਆ ਜਿਹਦੇ ਵਿੱਚ 6 ਨਿਕਾਤੀ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ UN ਨੂੰ। ਤਾਂ ਉਹਦੇ ਵਿੱਚ ਜਿਹੜਾ ਸੀ ਇੱਕ ਤੇ ਜੁੱਧਬੰਦੀ ਕੀਤੀ ਗਈ ਔਰ ਦੂਸਰਾ ਇੱਕ 3 ਮੈਂਬਰੀ ਆਯੋਗ ਜਿਹੜਾ ਸੀ ਉਹ ਗਠਿਤ ਕੀਤਾ ਗਿਆ ਜਿਸ ਵਿੱਚ ਭਾਰਤ ਜਿਹੜਾ ਸੀ ਇਸ ਨੂੰ ਪ੍ਰਧਾਨ ਕੀਤਾ ਗਿਆ, ਬਣਾਇਆ ਗਿਆ ਕਿ ਮਸਲਾ ਜਿਹੜਾ ਹੈ ਇਸ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾਵੇ। ਸੋ ਇਹਦੇ ਵਿੱਚ ਵੀ ਤੁਹਾਨੂੰ ਕੁਐਸਚਨ 2-2 ਨੰਬਰ ਦੇ ਪੁੱਛੇ ਜਾ ਸਕਦੇ ਹਨ ਕਿ ਭਾਰਤ ਦੀ ਭੂਮਿਕਾ ਲਿਖੋ ਕੋਰੀਆ ਸਮੱਸਿਆ ਵਿੱਚ, ਭਾਰਤ ਦੀ ਭੂਮਿਕਾ ਹਿੰਦ ਚੀਨ ਸਮੱਸਿਆ ਵਿੱਚ ਕੀ ਹੈ ਇਸ ਬਾਰੇ ਲਿਖੋ। ਦੈਨ ਹੈ ਗਾਜ਼ਾ ਤੇ ਕਾਂਗੋ ਵਿੱਚ ਭਾਰਤ ਦੀ ਭੂਮਿਕਾ ਕੀ ਰਹੀ ਹੈ। ਇੰਡੀਆਜ਼ ਰੋਲ ਇਨ ਗਾਜ਼ਾ ਐਂਡ ਕਾਂਗੋ। ਗਾਜ਼ਾ ਐਂਡ ਕਾਂਗੋ ਡਿਸਟਰਬਡ ਐਂਡ ਡਿਸਪਿਊਟਡ ਟੈਰੀਟਰੀਜ਼ ਹਨ ਤੇ ਜਦੋਂ UN ਨੇ ਰਿਕੁਐਸਟ ਕੀਤੀ ਕਿ ਭਾਰਤ ਉੱਥੇ ਆਪਣੀਆਂ ਫੌਜਾਂ ਭੇਜੇ ਤਾਂ ਕਿ ਉੱਥੇ ਜਿਹੜੀ ਸ਼ਾਂਤੀ ਹੈ ਉਸ ਨੂੰ ਬਹਾਲ ਤੇ ਐਸਟੈਬਲਿਸ਼ ਕੀਤਾ ਜਾਵੇ। And on the request of UN, India sent its forces in Kago and Gaza and maintained a peace there and worked and contributed a lot and did a appreciative task there. So students, I hope ਕਿ ਤੁਹਾਨੂੰ ਸਮਝ ਆ ਗਿਆ ਕਿ ਭਾਰਤ ਨੇ ਵਰਲਡ ਪੀਸ ਮੇਨਟੇਨ ਕਰਨ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਅੱਗੇ ਵਧਦੇ ਹਾਂ, ਇਸੇ ਨੂੰ ਕੈਰੀ ਔਨ ਕਰ ਰਹੀ ਹਾਂ। ਇੰਡੀਆ ਐਂਡ ਵਰਲਡ ਪੀਸ, ਭਾਰਤ ਤੇ ਵਿਸ਼ਵ ਸ਼ਾਂਤੀ।
ਭਾਰਤ ਦੀ ਇਰਾਨ ਇਰਾਕ ਜੁੱਧਬੰਦੀ ਵਿੱਚ ਵੀ ਬਹੁਤ ਵਧੀਆ ਭੂਮਿਕਾ ਰਹੀ ਹੈ। ਤਕਰੀਬਨ 8 ਸਾਲ ਇਰਾਨ ਤੇ ਇਰਾਕ ਦਾ ਯੁੱਧ ਚੱਲਦਾ ਰਿਹਾ ਔਰ ਭਾਰਤ ਨੇ UN ਨੂੰ ਪੂਰਾ ਸਪੋਰਟ ਕੀਤਾ ਹੈ ਕਿ ਜਿਹੜੀ ਜੁੱਧਬੰਦੀ ਹੈ ਇਹ ਹੋ ਜਾਵੇ ਤੇ ਇਹ ਸ਼ਾਂਤੀ ਬਹਾਲ ਹੋਵੇ। ਦੈਨ ਸਵੇਜ ਨਹਿਰ ਪ੍ਰੋਬਲਮ ਦੇ ਵਿੱਚ ਭਾਰਤ ਦਾ ਰੋਲ ਵੈਰੀ ਪੋਜ਼ਿਟਿਵ ਪਲੇ ਕੀਤਾ। ਸਵੇਜ ਨਹਿਰ ਦਾ ਮਸਲਾ ਕੀ ਸੀ ਕਿ ਮਿਸਰ ਦੇ ਰਾਸ਼ਟਰਪਤੀ ਨੇ ਸਵੇਜ ਨਹਿਰ ਨੂੰ ਬੱਚਿਓ ਨੈਸ਼ਨਲਾਈਜ਼ਡ ਕਰਤਾ, ਜਿਹਦੇ ਨਾਲ ਇੰਗਲੈਂਡ, ਫਰਾਂਸ ਤੇ ਇਜ਼ਰਾਈਲ ਜਿਹੜੇ ਸੀ ਉਹ ਇਹਦੇ ਉਲਟ ਹੋ ਗਏ ਤੇ ਹਮਲਾ ਕਰਨਾ ਚਾਹੁੰਦੇ ਸੀ। ਪਰ ਭਾਰਤ ਨੇ ਇਸ ਦਾ ਵਿਰੋਧ ਕੀਤਾ ਤੇ UN ਨੂੰ ਪੂਰਾ ਸਪੋਰਟ ਕੀਤਾ ਕਿ ਜਿਹੜਾ ਮਸਲਾ ਹੈ ਉਹਨੂੰ ਹੱਲ ਕਰਨ ਦੇ ਵਿੱਚ ਹੈਲਪ ਕੀਤੀ ਤੇ ਸ਼ਾਂਤੀ ਬਰਕਰਾਰ ਕੀਤੀ। ਦੈਨ ਅਫਗਾਨਿਸਤਾਨ ਵਿੱਚ ਜਿਹੜੀਆਂ ਰੂਸੀ ਸੈਨਾਵਾਂ ਸੀ, ਭਾਰਤ ਨੇ ਉਹਨਾਂ ਦਾ ਵੀ ਖੰਡਨ ਕੀਤਾ ਕਿ ਰੂਸ ਨੂੰ ਬਿਨਾਂ ਵਜ੍ਹਾ ਅਫਗਾਨਿਸਤਾਨ 'ਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਹਰ ਦੇਸ਼ ਦੇ ਮਸਲੇ ਵਿੱਚ ਭਾਰਤ ਦਾ ਸਟੈਪ ਕੀ ਰਿਹਾ ਹੈ, UN ਦੀ ਪੂਰੀ ਤਰ੍ਹਾਂ ਸਪੋਰਟ, UN ਦੀਆਂ ਪਾਲਿਸੀਜ਼ ਤੇ ਪ੍ਰੋਗਰਾਮਸ ਨੂੰ ਸਪੋਰਟ ਕਰਨਾ ਤੇ ਸ਼ਾਂਤੀ ਜਿਹੜੀ ਹੈ ਉਸ ਨੂੰ ਬਰਕਰਾਰ ਰੱਖਣਾ। ਅੱਗੇ ਵਧਦੇ ਹਾਂ। ਇੰਡੀਅਨ ਪੀਸ ਕੀਪਿੰਗ ਫੋਰਸਿਸ ਅੰਡਰ ਦਾ ਕਮਾਂਡ ਆਫ UN, ਸੰਯੁਕਤ ਰਾਸ਼ਟਰ ਕਮਾਂਡ ਤੇ ਭਾਰਤੀ ਸੈਨਾਵਾਂ ਦਾ ਯੋਗਦਾਨ। ਸੋ ਸੰਯੁਕਤ ਰਾਸ਼ਟਰ ਦੀ ਕਮਾਂਡ ਤੇ ਜਦੋਂ ਵੀ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਦੀਆਂ ਫੌਜਾਂ ਜਿਹੜੀਆਂ ਹਨ ਉਹ ਚਾਹੀਦੀਆਂ ਹਨ ਕਿਸੇ ਵੀ ਟੈਰੀਟਰੀ ਵਿੱਚ, ਤਾਂ ਸੰਯੁਕਤ ਰਾਸ਼ਟਰ ਦੀ ਕਮਾਂਡ ਹੇਠ ਭਾਰਤ ਨੇ ਉਹਨਾਂ ਟੈਰੀਟਰੀਜ਼ ਦੇ ਵਿੱਚ ਆਪਣੀਆਂ ਬੱਚਿਓ ਫੌਜਾਂ ਭੇਜੀਆਂ। ਇਹਦੇ ਤੇ ਵੀ ਕੁਐਸਚਨ ਬਣ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਕਮਾਂਡ ਤੇ ਭਾਰਤੀ ਸੈਨਾਵਾਂ ਦਾ ਯੋਗਦਾਨ ਲਿਖੋ, ਤੁਸੀਂ ਲਿਖ ਸਕਦੇ ਹੋ। ਸੋ ਸੰਯੁਕਤ ਰਾਸ਼ਟਰ ਦੀ ਕਮਾਂਡ ਹੇਠ ਭਾਰਤ ਨੇ 69 ਵਾਰੀ ਆਪਣੀਆਂ ਸ਼ਾਂਤੀ ਸੈਨਾਵਾਂ ਜਿਹੜੀਆਂ ਹਨ ਉਹ ਭੇਜੀਆਂ। 69 ਟਾਈਮਸ ਭਾਰਤ ਨੇ, ਸੰਯੁਕਤ ਰਾਸ਼ਟਰ ਨੇ ਜਦੋਂ ਉਹਨੂੰ ਕਿਹਾ ਤੇ 69 ਟਾਈਮਸ ਭਾਰਤ ਨੇ ਆਪਣੀਆਂ ਫੌਜਾਂ ਭੇਜੀਆਂ। ਐਂਡ 48 ਟਾਈਮਸ ਕੰਟਰੀਬਿਊਟਡ ਇਨ ਆਰਮੀ ਆਪਰੇਸ਼ਨ। 48 ਵਾਰੀ ਆਰਮੀ ਆਪਰੇਸ਼ਨ ਹੋਏ, ਸੈਨਿਕ ਕਾਰਵਾਈਆਂ ਹੋਈਆਂ। ਐਂਡ 161 ਜਿਹੜੇ ਇੰਡੀਅਨ ਫੌਜੀ ਸੀ ਬੱਚਿਓ ਉਹ ਸ਼ਹੀਦ ਹੋਏ ਇਹਨਾਂ ਆਰਮੀ ਆਪਰੇਸ਼ਨਸ ਦੇ ਵਿੱਚ। ਸੋ ਇਹ ਸਾਰਾ ਕੁਝ ਕਿਹਦੇ ਕਹਿੰਦੇ ਸੀਗੇ, ਸੰਯੁਕਤ ਰਾਸ਼ਟਰ ਦੀ ਕਮਾਂਡ ਹੇਠ ਭਾਰਤ ਵੱਲੋਂ ਆਪਣੀਆਂ ਸੇਵਾਵਾਂ ਜਿਹੜੀਆਂ ਸੀ ਅਲੱਗ-ਅਲੱਗ ਟਾਈਮ ਤੇ ਫੌਜਾਂ ਭੇਜ ਕੇ ਭਾਰਤ ਨੇ ਬਹੁਤ ਵੱਡਾ UN ਨੂੰ ਸਪੋਰਟ ਕਰਕੇ ਤੇ ਯੋਗਦਾਨ ਪਾਇਆ। ਸੋ ਆਈ ਹੋਪ ਕਿ ਸਮਝ ਆ ਗਿਆ। 69 ਟਾਈਮਸ ਸ਼ਾਂਤੀ ਸੈਨਾਵਾਂ ਭੇਜੀਆਂ, 48 ਟਾਈਮਸ there was army operations and 161 soldiers were died in these army operations. I hope you understand well. ਅੱਗੇ ਵਧਦੇ ਹਾਂ। India's role in making UN a universal body, ਭਾਰਤ ਨੇ UN ਨੂੰ ਵਿਸ਼ਵ ਸੰਗਠਨ ਬਣਾਉਣ ਵਿੱਚ, ਹਰਮਨ ਪਿਆਰਾ ਸੰਗਠਨ ਬਣਾਉਣ 'ਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ। ਇੱਥੇ ਕੁਐਸਚਨ ਆਉਂਦਾ ਹੈ ਕਿ ਭਾਰਤ ਦਾ UN ਨੂੰ ਵਿਸ਼ਵ ਸੰਗਠਨ ਬਣਾਉਣ ਵਿੱਚ ਕੀ ਯੋਗਦਾਨ ਰਿਹਾ ਹੈ, ਇਸ ਦੇ ਬਾਰੇ ਲਿਖੋ। 2 ਜਾਂ 4 ਨੰਬਰ ਦਾ ਕੁਐਸਚਨ ਸਟੂਡੈਂਟਸ ਨੂੰ ਪੁੱਛਿਆ ਜਾ ਸਕਦਾ ਹੈ। ਸੋ ਇਸ ਦੀ ਖਾਸ ਭੂਮਿਕਾ ਰਹੀ ਹੈ ਕਿ ਭਾਰਤ ਨੇ ਸੰਘ ਨੂੰ ਵਿਸ਼ਵ ਵਿਆਪੀ ਬਣਾਉਣ ਲਈ ਕੀ ਖਾਸ ਭੂਮਿਕਾ ਨਿਭਾਈ। 16 ਦੇਸ਼ ਸੰਘ ਦੇ ਮੈਂਬਰ ਜਿਹੜੇ ਭਾਰਤ ਦੇ ਯਤਨਾਂ ਸਦਕਾ ਬਣੇ। ਜਦੋਂ ਸੋਵੀਅਤ ਯੂਨੀਅਨ, ਰੂਸ ਤੇ ਅਮਰੀਕਾ ਦੀ ਆਪਸ 'ਚ ਬਹਿਸ ਹੁੰਦੀ ਸੀ ਕਿ ਇਹ 16 ਦੇਸ਼ਾਂ ਨੂੰ ਉਹ UN ਦਾ ਮੈਂਬਰ ਨਹੀਂ ਸੀ ਬਣਾਉਣਾ ਚਾਹੁੰਦੇ, ਪਰ 1955 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਯਤਨਾਂ ਸਦਕਾ ਉਹਨਾਂ ਨੇ US ਨੂੰ ਤੇ ਰੂਸ ਨੂੰ ਮਨਾਇਆ, ਇਸ ਮਸਲੇ ਨੂੰ ਹੱਲ ਕੀਤਾ ਤੇ ਇਹ ਜਿਹੜੇ 16 ਦੇਸ਼ ਹਨ ਇਹ ਸੰਯੁਕਤ ਰਾਸ਼ਟਰ ਸੰਘ ਦੇ ਨਵੇਂ 16 ਦੇਸ਼ ਜਿਹੜੇ ਹਨ ਉਹ ਮੈਂਬਰ ਬਣੇ। ਦੈਨ 1971 ਵਿੱਚ ਜਿਹੜਾ ਚੀਨ ਹੈ ਇਸ ਨੂੰ ਵੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਮੈਂਬਰ ਬਣਾਇਆ ਗਿਆ, ਤਾਂ ਇਸ ਦੇ ਵਿੱਚ ਵੀ ਭਾਰਤ ਦੀ ਜਿਹੜੀ ਸੀ ਉਹ ਪਹਿਲ ਕਦਮੀ ਸ਼ਾਮਲ ਸੀ ਕਿ ਜਿਹੜਾ ਚਾਈਨਾ ਹੈ ਇਸ ਨੂੰ UN ਦਾ ਮੈਂਬਰ ਬਣਾਇਆ ਜਾ ਸਕੇ। ਸੋ ਇਸ ਤਰ੍ਹਾਂ ਇਹਨੂੰ ਵਿਸ਼ਵ ਲੈਵਲ ਦੇ ਉੱਤੇ, ਵਰਲਡ ਲੈਵਲ ਤੇ ਹਰਮਨ ਪਿਆਰਾ ਬਣਾਉਣ ਲਈ UN ਨੂੰ ਭਾਰਤ ਦਾ ਬਹੁਤ ਹੀ ਵੱਡਾ ਰੋਲ ਰਿਹਾ ਹੈ, ਕਿਉਂਕਿ ਜਿਉਂ-ਜਿਉਂ ਇਸ ਦੇ ਦੇਸ਼ ਵੱਧ ਤੋਂ ਵੱਧ ਮੈਂਬਰ ਬਣਨਗੇ ਤੇ ਨੈਚੁਰਲੀ ਜਿਹੜੀ ਇੰਟਰਨੈਸ਼ਨਲ ਪੀਸ ਹੈ ਉਸ ਨੂੰ ਬੜਾਵਾ ਮਿਲੇਗਾ, ਕਿਉਂਕਿ ਵੱਧ ਤੋਂ ਵੱਧ ਦੇਸ਼ ਇਸ ਦੀਆਂ ਨੀਤੀਆਂ ਤੇ ਪ੍ਰੋਗਰਾਮਸ ਮੰਨਣਗੇ ਤੇ ਜਿਹੜੀ ਸ਼ਾਂਤੀ ਹੈ ਉਹ ਹਮੇਸ਼ਾ ਲਈ ਸਥਾਪਿਤ ਰਹੇਗੀ। ਅੱਗੇ ਵਧਦੇ ਹਾਂ। ਇੰਡੀਆਜ਼ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਟੂ UN, ਭਾਰਤ ਦਾ ਸੰਯੁਕਤ ਰਾਸ਼ਟਰ ਨੂੰ ਵਿੱਤੀ ਯੋਗਦਾਨ। ਸੋ ਸਟੂਡੈਂਟਸ ਇੱਥੇ ਯਾਦ ਰੱਖ ਲੈਣਾ ਕਿ ਭਾਰਤ ਨੇ ਅਲੱਗ-ਅਲੱਗ ਦੇਸ਼ਾਂ ਦੇ ਮਸਲਿਆਂ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਆਪਣੀ ਪਹਿਲ ਕਦਮੀ ਕੀਤੀ।
ਅਲੱਗ-ਅਲੱਗ ਏਜੰਸੀਜ਼ ਦੇ ਇੰਡੀਅਨਸ ਜਿਹੜੇ ਸੀ ਉਹ ਮੈਂਬਰ ਰਹਿ ਕੇ ਵੱਡੇ ਅਹੁਦਿਆਂ ਤੇ ਬਹੁਤ ਵੱਡਾ ਉਹਨਾਂ ਨੇ ਯੋਗਦਾਨ ਪਾਇਆ। ਦੈਨ ਜਿਹੜੇ UN ਦੀਆਂ ਪਾਲਿਸੀਜ਼ ਪ੍ਰੋਗਰਾਮ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਜਾਂ ਐਗਰੀਕਲਚਰ ਦੀਆਂ, ਤਾਂ ਭਾਰਤ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਿੱਚ, ਉਹਨਾਂ ਦਾ ਵਿਕਾਸ ਕਰਨ 'ਚ ਪੂਰਾ ਯੋਗਦਾਨ ਪਾਇਆ। ਸੋ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ, ਹਰ ਮਸਲੇ ਨੂੰ ਨੈਗੋਸ਼ੀਏਸ਼ਨ ਦੇ ਨਾਲ ਹੱਲ ਕਰਨ 'ਚ ਭਾਰਤ ਦਾ ਬਹੁਤ ਵੱਡਾ ਰੋਲ ਰਿਹਾ ਹੈ। ਹੁਣ ਭਾਰਤ ਜਿਹੜਾ ਹੈ ਉਹ ਸੰਯੁਕਤ ਰਾਸ਼ਟਰ ਨੂੰ ਵਿੱਤੀ ਹੈਲਪ ਵੀ ਦਿੰਦਾ ਹੈ, ਇਸ ਦੇ ਬਾਰੇ ਜਾਣਾਂਗੇ। ਇਹ ਯਾਦ ਰੱਖ ਲੈਣਾ ਸਟੂਡੈਂਟਸ ਕਿ ਸੰਯੁਕਤ ਰਾਸ਼ਟਰ ਸੰਘ ਦਾ ਆਪਣਾ ਆਮਦਨ ਦਾ ਕੋਈ ਸਾਧਨ ਨਹੀਂ ਹੈ। ਜਿੰਨੇ ਵੀ ਫੰਡ ਹਨ ਇਸ ਦੇ ਮੈਂਬਰ ਦੇਸ਼ ਹੀ ਇਸ ਨੂੰ ਦਿੰਦੇ ਹਨ ਤੇ ਇਸ ਦੇ ਨਾਲ ਹੀ ਇਸ ਦੀਆਂ ਨੀਤੀਆਂ ਤੇ ਪ੍ਰੋਗਰਾਮਸ ਜਿਹੜੇ ਹਨ ਉਹ ਚੱਲਦੇ ਹਨ। ਸੋ ਸਮੁੱਚੇ ਖਰਚੇ ਦਾ 2.5% ਹਿੱਸਾ ਜਿਹੜਾ ਹੈ ਉਹ ਭਾਰਤ ਵੱਲੋਂ ਦਿੱਤਾ ਜਾਂਦਾ ਹੈ। ਅਚਨਚੇਤ ਫੰਡ ਤੇ ਵਿਸ਼ੇਸ਼ ਫੰਡ ਵਿੱਚ ਵੀ ਭਾਰਤ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਲੋਕਤੰਤਰੀ ਫੰਡ ਲਈ ਭਾਰਤ ਵੱਲੋਂ $10 ਮਿਲੀਅਨ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਤੇ ਸਟੂਡੈਂਟਸ ਇਹ ਵੀ ਕਾਪੀਜ਼ ਤੇ ਨੋਟ ਕਰ ਲਓ ਕਿ 2015 ਵਿੱਚ ਭਾਰਤ ਨੇ UN ਨੂੰ, ਸੰਯੁਕਤ ਰਾਸ਼ਟਰ ਨੂੰ $19.62 ਮਿਲੀਅਨ ਜਿਹੜੇ ਸੀ ਉਹ ਦਿੱਤੇ। ਸੋ ਬੇਸ਼ੱਕ ਭਾਰਤ ਜਿਹੜਾ ਹੈ ਉਹ ਵਿਕਸਿਤ ਦੇਸ਼ ਨਹੀਂ ਹੈ, ਇਟ ਇਜ਼ ਅ ਡਿਵੈਲਪਿੰਗ ਕੰਟਰੀ, ਸਟਿਲ ਇਟ ਇਜ਼ ਕੰਟਰੀਬਿਊਟਿੰਗ a lot financially to the United Nations. So UN don't have a permanent source of income. UN is functioning with financial contribution of member countries, and India is contributing $2.5 million of its total expenditure, and India contributed $10 million towards its democratic funds. So ਇਹ financial ਜਿਹੜੀ ਹੈਲਪ ਹੈ ਇਹ ਵੀ ਭਾਰਤ ਵੱਲੋਂ UN ਨੂੰ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ ਤਾਂ ਕਿ ਅੰਤਰਰਾਸ਼ਟਰੀ ਸੰਗਠਨ ਹੈ ਸਟਰੋਂਗ ਰਵੇ। ਇਸ ਦੀ ਸਾਰੇ ਦੇਸ਼ਾਂ ਨੂੰ ਲੋੜ ਹੈ। ਇਸ ਦੇ ਪਾਲਿਸੀ ਪ੍ਰੋਗਰਾਮਸ ਜਦੋਂ ਲਾਗੂ ਹੋਣਗੇ, ਅੰਤਰਰਾਸ਼ਟਰੀ ਕਾਨੂੰਨ ਲਾਗੂ ਹੋਣਗੇ ਤੇ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਸ਼ਾਂਤੀ ਹੈ, ਦੁਨੀਆ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਸਥਾਪਿਤ ਰਹੇਗੀ। ਸੋ ਭਾਰਤ ਦਾ ਜਿਹੜਾ ਇੱਥੇ ਰੋਲ ਹੈ ਉਹ ਬਹੁਤ ਹੀ ਪੋਜ਼ਿਟਿਵ ਹੈ। ਤੇ ਕੁਐਸਚਨ ਆਉਂਦਾ ਹੈ ਕਿ ਭਾਰਤ ਦਾ ਸੰਯੁਕਤ ਰਾਸ਼ਟਰ ਨੂੰ ਵਿੱਤੀ ਯੋਗਦਾਨ ਕੀ ਹੈ, ਇਸ ਬਾਰੇ ਲਿਖੋ। ਐਂਡ ਆਈ ਹੋਪ ਕਿ ਤੁਸੀਂ ਲਿਖ ਸਕਦੇ ਹੋ। ਅੱਗੇ ਵਧਦੇ ਹਾਂ। ਆਪੋਜੀਸ਼ਨ ਟੂ ਦਾ ਪਾਲਿਸੀ ਆਫ ਅਪਾਰਟਹਾਈਡ, ਨਸਲੀ ਵਿਤਕਰੇ ਤੇ ਰੰਗ ਭੇਦ ਦੀ ਨੀਤੀ ਦਾ ਵਿਰੋਧ। ਜਿਸ ਤਰ੍ਹਾਂ ਕਿ UN ਵੱਲੋਂ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਪਾਲਿਸੀਜ਼ ਬਣਾਈਆਂ ਜਾਂਦੀਆਂ ਹਨ ਕਿ ਨਸਲੀ ਵਿਤਕਰੇ ਦਾ ਤੇ ਰੰਗ ਭੇਦ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਭਾਰਤ ਇਸ ਪਾਲਿਸੀ ਨੂੰ ਪੂਰੀ ਤਰ੍ਹਾਂ ਸਪੋਰਟ ਕਰਦਾ ਹੈ। ਈਵਨ ਭਾਰਤ ਸਭ ਤੋਂ ਮੁੱਢਲੀ ਕਤਾਰ ਵਿੱਚ ਖੜਾ ਹੈ ਕਿ ਅਫਰੀਕਾ ਦੇ ਵਿੱਚ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ ਤੇ ਭਾਰਤ ਉਸ ਦਾ ਡਟ ਕੇ ਵਿਰੋਧ ਕਰਦਾ ਹੈ। ਭਾਰਤ ਕਹਿੰਦਾ ਹੈ ਕਿ ਸਾਰੇ ਮਨੁੱਖ ਇੱਕ ਹਨ ਤੇ ਰੇਸ਼ੀਅਲ ਵਿਤਕਰਾ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਇਹ UN ਨੂੰ ਪੂਰਾ ਇਸ ਪਾਲਿਸੀ ਲਈ ਸਪੋਰਟ ਕਰਦਾ ਹੈ। ਦੈਨ ਆਪੋਜੀਸ਼ਨ ਟੂ ਇੰਪੀਰੀਅਲਿਜ਼ਮ ਐਂਡ ਕਲੋਨੀਅਲਿਜ਼ਮ, ਸਾਮਰਾਜਵਾਦ ਤੇ ਉਪਨਿਵੇਸ਼ਵਾਦ ਦਾ ਵਿਰੋਧ। ਭਾਰਤ ਨੇ ਹਮੇਸ਼ਾ ਹੀ ਕਲੋਨੀਅਲਿਜ਼ਮ ਤੇ ਇੰਪੀਰੀਅਲਿਜ਼ਮ ਦਾ ਵਿਰੋਧ ਕੀਤਾ ਹੈ ਸਟੂਡੈਂਟਸ, ਕਿਉਂਕਿ ਭਾਰਤ ਖੁਦ ਵੀ ਇੰਗਲੈਂਡ ਦੇ ਗੁਲਾਮ ਰਿਹਾ ਹੈ ਤੇ ਉਹਨੂੰ ਪਤਾ ਹੈ ਕਿ ਗੁਲਾਮੀ ਕੀ ਹੈ। ਇਸ ਲਈ ਵੱਧ ਤੋਂ ਵੱਧ ਦੇਸ਼ ਜਿਹੜੇ ਹਨ, ਟੈਰੀਟਰੀਜ਼ ਹਨ, ਉਹਨਾਂ ਨੂੰ ਆਜ਼ਾਦ ਕਰਾਉਣ ਵਿੱਚ ਭਾਰਤ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ। ਜਿਵੇਂ ਅਲਜੀਰੀਆ ਨੂੰ ਕਰਾਇਆ ਆਜ਼ਾਦ, ਸਾਈਪਰਸ ਨੂੰ ਕਰਾਇਆ ਹੈ, ਦੈਨ ਇੰਡੋਨੇਸ਼ੀਆ, ਗਾਜ਼ਾ, ਕਾਂਗੋ ਤੇ ਹੋਰ ਬਹੁਤ ਸਾਰੇ ਕੰਟਰੀਜ਼ ਹਨ ਜਿਨ੍ਹਾਂ ਦੀ ਆਜ਼ਾਦੀ ਲਈ ਭਾਰਤ ਨੇ ਬਹੁਤ ਹੀ ਵਧੀਆ ਸਟੈਪਸ ਕੀਤੇ ਹਨ। ਸਮੇਂ-ਸਮੇਂ ਤੇ ਸੰਯੁਕਤ ਰਾਸ਼ਟਰ ਨੂੰ ਸਪੋਰਟ ਕੀਤਾ ਹੈ ਤੇ ਇਹਨਾਂ ਹੋਰ ਜਿਹੜੇ ਦੇਸ਼ ਹਨ ਜਿਹੜੇ ਕਲੋਨੀਅਲਿਜ਼ਮ ਦਾ ਸ਼ਿਕਾਰ ਹਨ ਜਾਂ ਇੰਪੀਰੀਅਲਿਜ਼ਮ ਦਾ ਸ਼ਿਕਾਰ ਹਨ ਤੇ ਉਹਨਾਂ ਨੂੰ ਆਜ਼ਾਦ ਕਰਨ ਲਈ ਹਮੇਸ਼ਾ ਹੀ ਪੋਜ਼ਿਟਿਵ ਰੋਲ ਜਿਹੜਾ ਹੈ ਉਹ ਇੰਡੀਆ ਨੇ ਪਲੇ ਕੀਤਾ ਹੈ। ਆਈ ਹੋਪ ਕਿ ਸਟੂਡੈਂਟਸ ਯਾਦ ਰੱਖ ਲਿਓ। ਅੱਗੇ ਵਧਦੇ ਹਾਂ। ਇੰਡੀਆਜ਼ ਸਪੋਰਟ ਟੂ ਡਿਸਆਰਮਾਮੈਂਟ, ਭਾਰਤ ਦੁਆਰਾ ਨਿਸ਼ਸਤਰੀਕਰਨ ਦਾ ਸਮਰਥਨ। ਸੋ ਨਿਸ਼ਸਤਰੀਕਰਨ ਕੀ ਹੈ ਸਟੂਡੈਂਟਸ? ਹਥਿਆਰਾਂ ਦੀ ਰੋਕਥਾਮ, ਹਥਿਆਰਾਂ ਦੀ ਦੌੜ ਤੋਂ ਪਿੱਛੇ ਹਟਣਾ ਤੇ ਉਹ ਜਿਹੜਾ ਕੰਮ ਹੈ, ਜਿਹੜਾ ਵਿਕਾਸ ਹੈ, ਹੋਰ ਦੇਸ਼ ਦਾ ਵਿਕਾਸ ਕਰਨਾ ਤੇ ਹਥਿਆਰਾਂ ਦੀ ਰੋਕਥਾਮ ਕਰਨਾ। ਇੱਥੇ ਭਾਰਤ UN ਦਾ ਪੂਰੀ ਤਰ੍ਹਾਂ ਸਪੋਰਟਰ ਰਿਹਾ ਹੈ। ਉਹਦੀਆਂ ਨੀਤੀਆਂ ਤੇ ਪ੍ਰੋਗਰਾਮਸ ਨੂੰ ਸਪੋਰਟ ਕਰਦਾ ਹੈ। ਜਿਹੜੀਆਂ ਉਹਦੀਆਂ ਨਿਸ਼ਸਤਰੀਕਰਨ ਦੀਆਂ ਨੀਤੀਆਂ ਹਨ, ਭਾਰਤ ਉਹਨਾਂ ਦਾ ਪੂਰੀ ਤਰ੍ਹਾਂ ਫੇਵਰ ਕਰਦਾ ਹੈ, ਪੂਰੀ ਤਰ੍ਹਾਂ ਆਪਣੀ ਪੂਰੀ ਉਸ ਨੂੰ ਸਪੋਰਟ ਦਿੰਦਾ ਹੈ ਕਿ ਜਿਹੜਾ ਨਿਸ਼ਸਤਰੀਕਰਨ ਹੈ, ਹਥਿਆਰਾਂ ਦੀ ਰੋਕਥਾਮ ਹੈ, ਇਸ ਨੂੰ
बढ़ावा मिलना चाहिए है। सो इस ते भी भारत की पूरी पूरी सपोर्ट है। दैन इंडिया इज़ आल्सो मैंबर ऑफ स्पेस कमेटी ऑफ यूएनओ। ਭਾਰਤ ਸੰਯੁਕਤ ਰਾਸ਼ਟਰ ਦੀ ਪੁਲਾੜ ਸਮਿਤੀ ਦਾ ਵੀ ਮੈਂਬਰ ਹੈ। ਸੋ ਜੋ ਵੀ ਰਿਸਰਚ ਜਾਂ ਟੈਕਨੋਲੋਜੀ ਹੈ ਇਹਦੇ ਵਿੱਚ ਵੀ ਭਾਰਤ ਨੂੰ ਸਪੇਸ ਦੇ ਬਾਰੇ ਜੋ ਪ੍ਰੋਗਰਾਮਸ ਹਨ ਭਾਰਤ ਉਸ ਦਾ ਵੀ ਮੈਂਬਰ ਹੈ। ਸੋ ਇਸ ਤੇ ਵੀ ਭਾਰਤ ਨੂੰ ਮਾਣ ਪ੍ਰਾਪਤ ਹੈ ਕਿ ਭਾਰਤ ਯੂਐਨ ਦੇ ਵਿੱਚ ਸਪੇਸ ਦੇ ਵਿੱਚ ਵੀ ਉਸ ਨੂੰ ਪੂਰੀ ਤਰ੍ਹਾਂ ਕੰਟਰੀਬਿਊਟ ਕਰ ਰਿਹਾ ਹੈ, ਪੂਰੀ ਤਰ੍ਹਾਂ ਆਪਣਾ ਜਿਹੜਾ ਯੋਗਦਾਨ ਹੈ ਉਹ ਦੇ ਰਿਹਾ ਹੈ। ਨਾਓ ਸਟੂਡੈਂਟਸ ਅੱਗੇ ਵਧਦੇ ਹਾਂ। ਕਨਕਲੂਜ਼ਨ ਸਟੂਡੈਂਟਸ, ਅਸੀਂ ਜਾਣਿਆ ਕਿ ਜਿਹੜਾ ਸੰਯੁਕਤ ਰਾਸ਼ਟਰ ਸੰਘ ਹੈ ਉਹ ਬਹੁਤ ਹੀ ਦੇਸ਼ਾਂ ਨੇ ਮਿਲ ਕੇ ਬਣਾਇਆ ਹੈ। ਕਿਉਂ ਬਣਾਇਆ? ਕਿ ਦੁਨੀਆ ਦੀ ਜਿਹੜੀ ਸ਼ਾਂਤੀ ਹੈ ਉਹ ਦੁਬਾਰਾ ਡਿਸਟਰਬ ਨਾ ਹੋਵੇ, ਦੁਬਾਰਾ ਸਾਨੂੰ ਤੀਸਰਾ ਵਿਸ਼ਵ ਯੁੱਧ ਹੈ ਉਸ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੁਨੀਆ ਦੇ ਵਿੱਚ ਹਮੇਸ਼ਾ ਹੀ ਜਿਹੜੀ ਸ਼ਾਂਤੀ ਹੈ ਉਹ ਬਣੀ ਰਹੇ। ਸੋ 1945 ਦੇ ਵਿੱਚ ਜਿਹੜਾ ਯੂਐਨ ਹੈ ਉਸ ਦੀ ਐਗਜ਼ਿਸਟੈਂਸ ਹੋਈ, ਉਹਦਾ ਓਰੀਜਨ ਹੋਇਆ, ਜਨਮ ਹੋਇਆ ਤੇ ਭਾਰਤ ਉਸ ਦਾ ਮੁੱਢਲਾ ਮੈਂਬਰ ਬਣਿਆ। ਜਿਸ ਤੇ ਜਾਣਿਆ ਕਿ ਇਹਦਾ ਹੈੱਡ ਆਫਿਸ ਜਿਹੜਾ ਹੈ ਉਹ ਨਿਊਯਾਰਕ ਵਿੱਚ ਹੈ ਤੇ ਇਹਦੇ ਹੁਣ ਪਹਿਲਾਂ ਜਦੋਂ ਬਣਿਆ ਸੀ 51 ਮੈਂਬਰਸ ਸਨ, ਬਟ ਐਟ ਪ੍ਰੈਜ਼ੈਂਟ ਇਸ ਦੇ 193 ਮੈਂਬਰਸ ਹਨ। ਅੱਜ ਦਾ ਸਾਡਾ ਮੇਨ ਫੋਕਸ ਸੀ ਕਿ ਭਾਰਤ ਦੀ ਜਿਹੜੀ ਭੂਮਿਕਾ ਹੈ ਉਹ ਸੰਯੁਕਤ ਰਾਸ਼ਟਰ ਵਿੱਚ ਕੀ ਹੈ। ਸੋ ਉਹਦੇ ਵਿੱਚ ਅਸੀਂ ਜਾਣਿਆ ਕਿ ਇੱਕ ਤੇ ਭਾਰਤ ਨੇ ਪੂਰੀ ਤਰ੍ਹਾਂ ਸਪੋਰਟ ਕੀਤਾ ਉਹਦੀਆਂ ਪਾਲਿਸੀਜ਼ ਤੇ ਪ੍ਰੋਗਰਾਮਸ ਨੂੰ, ਪੂਰਾ ਆਪਣਾ ਜਿਹੜਾ ਫੇਦ ਹੈ ਉਹ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਸਪੋਰਟ ਕਰਦਾ ਹੈ ਯੂਐਨਓ ਦੀਆਂ ਪਾਲਿਸੀਜ਼ ਪ੍ਰੋਗਰਾਮਸ ਨੂੰ। ਦੂਸਰਾ, ਭਾਰਤ ਦਾ ਯੂਐਨਓ ਦੇ ਅਲੱਗ-ਅਲੱਗ ਅੰਗਾਂ ਵਿੱਚ ਬਹੁਤ ਸਾਰੇ ਸਾਡੇ ਇੰਡੀਅਨਸ ਜਿਹੜੇ ਹਨ ਉਹ ਬੜੇ ਉੱਚੇ ਅਹੁਦਿਆਂ ਤੇ ਰਹੇ ਹਨ। ਔਰ ਸਟੂਡੈਂਟਸ, ਤੁਹਾਨੂੰ ਇਹਦੇ ਤੇ ਕੁਐਸਚਨ ਵੀ ਆਉਂਦਾ ਹੈ ਕਿ ਜਿਸ ਤਰ੍ਹਾਂ ਕੁਮਾਰੀ ਅੰਮ੍ਰਿਤ ਕੌਰ ਜਿਹੜੀ ਹੈ ਉਹ ਕੀ ਰਹੀ ਹੈ, ਤੇ ਤੁਸੀਂ ਲਿਖ ਸਕਦੇ ਹੋ ਕਿ ਵਿਸ਼ਵ ਸਿਹਤ ਸੰਗਠਨ ਦੀ ਪ੍ਰੈਜ਼ੀਡੈਂਟ ਰਹੀ ਹੈ। ਸ੍ਰੀ ਲਕਸ਼ਮੀ ਪੰਡਤ ਜਿਹੜੀ ਹਨ ਉਹ ਮਹਾਂਸਭਾ ਦੇ ਪ੍ਰਧਾਨ ਰਹੇ ਹਨ। ਜਿਸ ਤਰ੍ਹਾਂ ਡਾਕਟਰ ਪੁਰੀ ਜੀ ਹਨ, ਹਰਦੀਪ ਸਿੰਘ ਪੁਰੀ, ਉਹ ਇਸ ਟਾਈਮ ਤੇ ਸਥਾਈ ਮੈਂਬਰ ਹਨ ਉਹ ਯੂਐਨ ਦੇ। ਸੋ ਇਸੇ ਤਰ੍ਹਾਂ ਹੀ ਫਿਨੈਂਸ਼ੀਅਲ ਵਿੱਤੀ ਸਹਾਇਤਾ ਜਿਹੜੀ ਹੈ ਉਹ ਭਾਰਤ ਬਹੁਤ ਜ਼ਿਆਦਾ ਦਿੰਦਾ ਹੈ। 2.5% ਜਿਹੜਾ ਟੋਟਲ ਖਰਚਾ ਹੈ ਉਸ ਦਾ ਭਾਰਤ ਪੇ ਕਰਦਾ। ਟੋਟਲ ਖਰਚੇ ਚੋਂ 2.5% ਜਿਹੜਾ ਹੈ ਉਹ ਭਾਰਤ ਵੱਲੋਂ ਕੰਟਰੀਬਿਊਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਲੱਗ-ਅਲੱਗ ਸਮੇਂ ਤੇ ਯੂਐਨਓ ਵੱਲੋਂ ਸੇਵਾਵਾਂ ਦੀ ਜਦੋਂ ਲੋੜ ਪਈ, ਫੌਜੀ ਸ਼ਾਂਤੀ ਸੇਵਾਵਾਂ ਦੀ ਲੋੜ ਪਈ, ਤਾਂ ਭਾਰਤ ਨੇ ਯੂਐਨਓ ਦੀ ਕਮਾਂਡ ਹੇਠ ਆਪਣੀਆਂ ਜਿਹੜੀਆਂ ਫੌਜੀ ਸੇਵਾਵਾਂ ਹਨ ਉਹ ਯੂਐਨਓ ਨੂੰ ਦਿੱਤੀਆਂ ਅਲੱਗ-ਅਲੱਗ ਥਾਵਾਂ 'ਤੇ। ਫਿਰ ਸਟੂਡੈਂਟਸ, ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਭਾਰਤ ਦਾ ਕੋਰੀਆ ਸਮੱਸਿਆ ਦੇ ਵਿੱਚ ਕੀ ਭੂਮਿਕਾ ਰਹੀ, ਲਿਖੋ। ਇਸ ਦੇ ਬਾਰੇ ਅਸੀਂ ਜਾਣਿਆ। ਭਾਰਤ ਦੀ ਸਵੇਜ ਨਹਿਰ ਦੇ ਮਸਲੇ ਦੇ ਹੱਲ ਕਰਨ ਵਿੱਚ ਕੀ ਭੂਮਿਕਾ ਰਹੀ, ਇਹ ਵੀ ਅਸੀਂ ਬਹੁਤ ਅੱਛੀ ਤਰ੍ਹਾਂ ਕੀਤਾ ਹੈ। ਦੈਨ ਹਿੰਦ ਚੀਨ ਸਮੱਸਿਆ ਕੀ ਹੈ ਤੇ ਭਾਰਤ ਦੀ ਭੂਮਿਕਾ ਕੀ ਰਹੀ, ਇਸ ਨੂੰ ਡਿਸਕਸ ਕੀਤਾ ਹੈ। ਦੈਨ ਇਰਾਨ ਇਰਾਕ ਯੁੱਧਬੰਦੀ ਵਿੱਚ ਭਾਰਤ ਦੇ ਯਤਨ ਕੀ ਸਨ। ਸੋ ਇਸੇ ਤਰ੍ਹਾਂ ਹੀ ਭਾਰਤ ਨੇ ਇਸ ਯੂਐਨਓ ਨੂੰ ਵਿਸ਼ਵ ਸੰਗਠਨ ਬਣਾਉਣ ਦੇ ਵਿੱਚ ਕੀ ਯੋਗਦਾਨ ਪਾਏ। 16 ਨਵੇਂ ਮੈਂਬਰ ਦੇਸ਼ ਜਿਹੜੇ ਸੀ ਉਹ ਭਾਰਤ ਦੇ ਯਤਨਾਂ ਸਦਕਾ ਹੀ ਨਵੇਂ ਸ਼ਾਮਲ ਕੀਤੇ ਗਏ ਯੂਐਨਓ ਦੇ ਵਿੱਚ। ਇਸੇ ਤਰ੍ਹਾਂ ਚਾਈਨਾ ਜਿਹੜਾ ਹੈ ਉਹ ਵੀ ਭਾਰਤ ਦੇ ਯਤਨਾਂ ਸਦਕਾ ਯੂਐਨਓ ਦਾ ਮੈਂਬਰ ਬਣਿਆ। ਸੋ ਇਸ ਤਰ੍ਹਾਂ ਨਿਸ਼ਸਤਰੀਕਰਨ ਨੂੰ ਸਪੋਰਟ ਕਰਨਾ, ਕਲੋਨੀਅਲਿਜ਼ਮ ਤੇ ਇੰਪੀਰੀਅਲਿਜ਼ਮ ਦਾ ਵਿਰੋਧ ਕਰਨਾ ਤੇ ਉਹਨਾਂ ਦੇਸ਼ਾਂ ਲਈ ਗਾਜ਼ਾ ਨੂੰ, ਦੈਨ ਸਾਈਪਰਸ ਨੂੰ, ਇੰਡੋਨੇਸ਼ੀਆ ਨੂੰ, ਅਲਜੀਰੀਆ ਨੂੰ ਤੇ ਬਹੁਤ ਸਾਰੇ ਹੋਰ ਦੇਸ਼ ਆ ਜਿਨ੍ਹਾਂ ਨੂੰ ਆਜ਼ਾਦ ਕਰਾਇਆ ਤੇ ਉਹਨਾਂ ਦੀ ਆਜ਼ਾਦੀ ਲਈ ਹਾਮੀ ਭਰੀ। ਫਿਰ ਰੇਸ਼ੀਅਲ ਵਿਤਕਰਾ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ ਉਹਦੇ ਅਗੇਂਸਟ ਭਾਰਤ ਖੜਾ ਹੋਇਆ। ਅਫਰੀਕਾ 'ਚ ਜਿਹੜਾ ਰੇਸ਼ੀਅਲ ਵਿਤਕਰਾ ਹੈ ਭਾਰਤ ਸਭ ਤੋਂ ਮੋਹਰੀ ਕਤਾਰ 'ਤੇ ਹੈ ਉਸ ਨੂੰ ਸਪੋਰਟ ਕਰਨ ਵਿੱਚ ਕਿ ਇਹ ਨਹੀਂ ਹੋਣਾ ਚਾਹੀਦਾ। ਸੋ ਹੁਣ ਕਨਕਲੂਜ਼ਨ ਹੈ, ਇਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਅਸੀਂ ਸਿੱਟੇ 'ਤੇ ਪਹੁੰਚਦੇ ਹਾਂ ਕਿ ਭਾਰਤ ਦੀ ਭੂਮਿਕਾ ਜਾਣਨ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਭਾਰਤ ਦਾ ਯੋਗਦਾਨ ਕਿਸੇ ਵੀ ਵਿਕਸਿਤ ਦੇਸ਼ ਤੋਂ ਘੱਟ ਨਹੀਂ ਹੈ। ਭਾਰਤ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਾਂਤੀ ਦੀ ਆਸ ਮੰਨਦਾ ਹੈ ਤੇ ਇਸ ਨੂੰ ਮਜ਼ਬੂਤ ਕਰਨ ਦੇ ਹੱਕ ਵਿੱਚ ਹੈ। ਸੋ ਇਨ ਇੰਗਲਿਸ਼ ਟੂ, ਆਫਟਰ ਗੋਇੰਗ ਥਰੂ ਦਾ India's role in the UN as described above, we can conclude that though India is a developing country, yet its contribution is great. ਇਸ ਦਾ ਯੋਗਦਾਨ ਬਹੁਤ ਵੱਡਾ ਹੈ। India regards UN as the only ray of hope for world peace and stands for making it more strong.
ਸੋ ਸਟੂਡੈਂਟਸ ਇਸ ਦੇ ਨਾਲ ਹੀ ਇਹ ਖਤਮ ਹੁੰਦਾ ਹੈ। ਆਈ ਹੋਪ ਤੁਹਾਨੂੰ ਸਮਝ ਆਇਆ। ਥੈਂਕ ਯੂ ਵੈਰੀ ਮੱਚ।